स्टूडेंट्स लास्ट टाइम ਆਪਾਂ ਹਾਈਬ੍ਰਿਡਾਈਜੇਸ਼ਨ ਦੇ ਕਨਸੈਪਟਸ ਕੁਝ ਪੜ੍ਹੇ ਨੇ ਸੋ ਟੂ ਰਿਵਾਈਜ਼ ਦੈਟ ਕਨਸੈਪਟ ਆ ਥੋੜ੍ਹੇ ਜਿਹੇ ਪੁਆਇੰਟਸ ਦਿੱਤੇ ਹੋਏ ਨੇ ਇਨ ਯੂਰ ਬੁੱਕ ਇਹਨੂੰ ਤੁਸੀਂ ਪਲੀਜ਼ ਦੇਖੋਗੇ ਵੈਸੇ ਤਾਂ ਬੇਸਿਕਲੀ ਵੀ ਹੈਡ ਸੀਨ ਕਿ ਸੇਮ ਐਟਮ ਦੇ ਔਰਬਿਟਲ ਜਿਨ੍ਹਾਂ ਦੀ ਤਕਰੀਬਨ ਨੇੜੇ ਤੇੜੇ ਸੇਮ એનર્ਜੀ ਹੈ ਉਹ ਹੀ ਇੱਕ ਦੂਸਰੇ ਨਾਲ ਮਿਕਸ ਹੋ ਕੇ ਹਾਈਬ੍ਰਿਡ ਔਰਬਿਟਲਸ ਬਣਾਉਂਦੇ ਹੈ ਅਤੇ ਸੈਕਿੰਡ ਪੁਆਇੰਟ ਥੋੜ੍ਹਾ ਜਿਹਾ ਧਿਆਨ ਨਾਲ ਦੇਖਣ ਵਾਲਾ ਕਿ ਔਰਬਿਟਲ ਮੇ ਨੋਟ ਬੀ ਹਾਫ ਫਿਲਡ ਇਟ ਮੇ ਬੀ ਫੁੱਲੀ ਫਿਲਡ ਅਤੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਹਾਫ ਫਿਲਡ ਉਹ ਸਾਰੇ ਪਾਰਟੀਸਪੇਟ ਕਰਨ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਸੋ ਇਹ ਵੀ ਪਤਾ ਹੈ ਕਿ ਜਿੰਨੇ ਔਰਬਿਟਲਸ ਮਿਕਸ ਹੁੰਦੇ ਹੈ ਉਨੇ ਹੀ ਨਵੇਂ ਔਰਬਿਟਲਸ ਹਾਈਬ੍ਰਿਡਾਈਜ਼ਡ ਔਰਬਿਟਲ ਦਾ ਨੰਬਰ ਵੀ ਉਨਾ ਹੀ ਹੁੰਦਾ ਹੈ ਅਤੇ ਉਹਨਾਂ ਦੀ ਸ਼ੇਪ ਅਤੇ ਐਨਰਜੀ ਵੀ ਸੇਮ ਹੁੰਦੀ ਹੈ ਜਿਹੜੇ ਹਾਈਬ੍ਰਿਡਾਈਜੇਸ਼ਨ ਤੋਂ ਬਾਅਦ ਬਣਦੇ ਹੈ ਅਤੇ ਲਾਸਟ ਪੁਆਇੰਟ ਵੀ ਧਿਆਨ ਨਾਲ ਦੇਖਣ ਵਾਲਾ ਹੈ ਅੱਛਾ ਇਹ ਵੀ ਪਤਾ ਕਿ ਸਟਰੋਂਗ ਬੌਂਡ ਬਣਾਉਂਦੇ ਹੈ ਪਰ ਸੈਕਿੰਡ ਅਤੇ ਸੈਵਨਥ ਪੁਆਇੰਟ ਥੋੜ੍ਹਾ ਜਿਹਾ ਇਹਨੂੰ ਸਟ੍ਰੈਸ ਕਰੋਗੇ we had seen that sp3 hybrid orbitals are tetrahedral in shape, sp2 orbitals are trigonal and sp orbitals are linear so ਇਸ ਲਈ ਜਿਹੜਾ ਮੋਲੀਕਿਊਲ ਬਣਦਾ ਹੈ ਉਹਦੀ ਸ਼ੇਪ ਹੈ ਜਿਹੜੀ ਉਹ ਹਾਈਬ੍ਰਿਡਾਈਜੇਸ਼ਨ 'ਤੇ ਡਿਪੈਂਡ ਕਰਦੀ ਹੈ ਸੋ ਹਾਈਬ੍ਰਿਡਾਈਜ਼ਡ ਔਰਬਿਟਲਸ ਨੇ ਜਿਹੜੇ they are oriented in specific direction in space so they have definite geometries ਅੱਛਾ ਇੱਕ ਤਾਂ ਇਹਦੇ 5-7 ਪੁਆਇੰਟ ਇਹ ਦੇਖੋਗੇ ਫਿਰ ਅੱਗੇ 3 ਨਵੇਂ ਕਰੈਕਟਰਿਸਟਿਕਸ ਨੇ ਇਹ ਵੀ ਜਨਰਲ ਹੈ ਤੁਸੀਂ +2 'ਚ ਪੜ੍ਹੇ ਹੀ ਹੋਏ ਨੇ ਕਿ ਬੌਂਡ ਲੈਂਥ ਕੀ ਹੁੰਦੀ ਹੈ ਬੌਂਡ ਸਟਰੈਂਥ ਕੀ ਹੁੰਦੀ ਹੈ ਅਤੇ ਬੌਂਡ ਐਂਗਲ ਦੇ ਸੰਬੰਧ ਦੇ ਵਿੱਚ ਕੁਛ ਕੁ ਟਰਮਸ ਜਿਹੜੀਆਂ ਸਟੱਡੀ ਕਰਨੀਆਂ ਨੇ ਸੋ ਪਹਿਲਾ ਹੈਗਾ ਬੌਂਡ ਲੈਂਥ ਸੋ ਬੌਂਡ ਲੈਂਥ ਅਸੀਂ ਕਹਿੰਦੇ ਹਾਂ ਕਿ ਦੋ ਨਿਊਕਲੀਆਈ ਜਿਹੜੇ ਬੌਂਡ ਬਣਾ ਰਹੇ ਆ ਉਹਨਾਂ ਦੇ ਸੈਂਟਰਸ ਦਾ ਜਿਹੜਾ ਡਿਸਟੈਂਸ ਹੈ ਉਹਨੂੰ ਬੌਂਡ ਲੈਂਥ ਕਹਿੰਦੇ ਹੋ ਠੀਕ ਹੈ ਦੋ ਬੌਂਡਡ ਐਟਮਸ ਦੇ ਸੈਂਟਰਸ ਦਾ ਜਿਹੜਾ ਡਿਸਟੈਂਸ ਹੈ ਦੈਟ ਇਜ਼ ਕਾਲਡ ਬੌਂਡ ਲੈਂਥ ਅੱਛਾ ਹੁਣ ਦੋ ਫੈਕਟਰ 'ਤੇ ਡਿਪੈਂਡ ਕਰਦੀ ਹੈ ਇੱਕ ਹੋ ਗਿਆ ਸਾਈਜ਼ ਆਫ ਦਾ ਐਟਮ ਇਹ ਪਤਾ ਹੈ ਕਿ ਜੇ ਦੋ ਛੋਟੀਆਂ ਬੋਲਸ ਨੂੰ ਜੇ ਅਸੀਂ ਇੱਕ ਐਟਮ ਨੂੰ ਬੋਲ ਦੀ ਤਰ੍ਹਾਂ ਅਜ਼ਿਊਮ ਕਰ ਲਈਏ ਅਤੇ ਜੇ ਛੋਟੀਆਂ ਬੋਲਸ ਨੂੰ ਨੇੜੇ ਰੱਖਾਂਗੇ ਤਾਂ ਉਹਨਾਂ ਦੇ ਸੈਂਟਰ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਇਹਦਾ ਮਤਲਬ ਹੋ ਗਿਆ ਕਿ ਬੌਂਡ ਡਿਸਟੈਂਸ ਹੋ ਗਿਆ ਬੌਂਡ ਲੈਂਥ ਹੋ ਗਈ ਉਹਦੀ ਜੇ ਵੱਡੀਆਂ ਬੋਲਸ ਰੱਖਾਂਗੇ ਤਾਂ ਉਹਨਾਂ ਦਾ ਡਿਸਟੈਂਸ ਸੈਂਟਰ ਦਾ ਜ਼ਿਆਦਾ ਹੋਊਗਾ ਸੋ ਇਸ ਲਈ ਪਹਿਲਾ ਪੁਆਇੰਟ ਹੈ ਕਿ ਜਿਹੜਾ ਸਾਈਜ਼ ਆਫ ਐਟਮ ਆ ਉਹਦੇ 'ਤੇ ਡਿਪੈਂਡ ਕਰਦੀ ਹੈ ਜੇ ਵੱਡਾ ਹੋਊਗਾ ਤਾਂ ਜ਼ਿਆਦਾ ਹੋਊਗੀ ਬੌਂਡ ਲੈਂਥ ਅਤੇ ਜੇ ਛੋਟਾ ਹੋਊਗਾ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ CI ਦੀ ਬੌਂਡ ਲੈਂਥ ਜ਼ਿਆਦਾ ਹੈ CBr ਨਾਲੋਂ ਇਹਦੀ ਜ਼ਿਆਦਾ ਹੈ CCl ਨਾਲੋਂ ਸੋ ਇਹਨਾਂ ਦੀਆਂ ਵੈਲਿਊਜ਼ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ ਆਰਡਰ ਕਰ ਲਓਗੇ CI ਇਜ਼ ਗ੍ਰੇਟਰ ਦੈਨ CBr ਇਜ਼ ਗ੍ਰੇਟਰ ਦੈਨ CCl ਫਿਰ ਆ ਜਾਂਦਾ ਹੈ ਕਿ ਬੌਂਡ ਲੈਂਥ ਮਲਟੀਪਲਿਸਿਟੀ 'ਤੇ ਡਿਪੈਂਡ ਕਰਦੀ ਹੈ ਇਹ ਸਾਨੂੰ ਪਤਾ ਹੈ ਕਿ ਜਿੰਨੇ ਜ਼ਿਆਦਾ ਬੌਂਡਸ ਹੁੰਦੇ ਨੇ ਉਨੀ ਅਟਰੈਕਸ਼ਨ ਜ਼ਿਆਦਾ ਅਤੇ ਉਨੇ ਨੇੜੇ ਹੁੰਦੇ ਆ ਨਿਊਕਲੀਆਈ ਸੋ ਟ੍ਰਿਪਲ ਬੌਂਡ ਸਭ ਤੋਂ ਛੋਟਾ ਹੁੰਦਾ ਸਿੰਗਲ ਬੌਂਡ ਸਭ ਤੋਂ ਲੰਬਾ ਹੁੰਦਾ ਸੋ ਆਰਡਰ ਜੇ ਤੁਸੀਂ ਐਰੋ ਦਾ ਧਿਆਨ ਰੱਖਣਾ ਹੈ ਨਾ ਜਿਵੇਂ ਲੈਫਟ ਹੈਂਡ ਸਾਈਡ 'ਤੇ C ਟ੍ਰਿਪਲ ਬੌਂਡ C ਲਿਖਿਆ ਹੋਇਆ ਇਹਨੂੰ ਤੁਸੀਂ ਰਾਈਟ 'ਤੇ ਵੀ ਲਿਖ ਸਕਦੇ ਹੋ ਪਰ ਤੁਸੀਂ ਕਹੋਗੇ ਜਾਂ ਤਾਂ ਹੁਣ ਇਹ ਆਰਡਰ ਦਿੱਤਾ ਹੋਇਆ ਕਿ ਟ੍ਰਿਪਲ ਬੌਂਡ ਇਜ਼ ਸਮੋਲਰ ਦੈਨ ਡਬਲ ਬੌਂਡ ਇਜ਼ ਸਮੋਲਰ ਦੈਨ ਸਿੰਗਲ ਬੌਂਡ ਜੇ ਤੁਸੀਂ ਸਿੰਗਲ ਬੌਂਡ C ਨੂੰ ਲੈਫਟ 'ਤੇ ਲਿਖਦੇ ਹੋ ਤਾਂ ਗ੍ਰੇਟਰ ਦੈਨ ਫਿਰ ਲਿਖੋਗੇ ਕਿ ਸਿੰਗਲ ਬੌਂਡ ਇਜ਼ ਗ੍ਰੇਟਰ ਦੈਨ ਡਬਲ ਬੌਂਡ ਇਜ਼ ਗ੍ਰੇਟਰ ਦੈਨ ਟ੍ਰਿਪਲ ਬੌਂਡ ਅੱਛਾ ਹੁਣ ਇਹ ਪਿਕੋਮੀਟਰਸ ਦੱਸੀਆਂ ਹੋਈਆਂ ਵੈਲਿਊਜ਼ ਇਹ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਅੱਗੇ ਆਪਾਂ ਆਰਗੈਨਿਕ ਕੈਮਿਸਟਰੀ ਜਿੱਥੇ ਵੀ ਪੜ੍ਹਨੀ ਹੈ ਤਾਂ ਥੋੜ੍ਹੀ ਬਹੁਤ ਇਹਦਾ ਮੈਂਸ਼ਨ ਹੋਣਾ ਕਿ ਟ੍ਰਿਪਲ ਬੌਂਡ 120 ਪਿਕੋਮੀਟਰਸ ਹੈ ਡਬਲ ਬੌਂਡ 134 ਪਿਕੋਮੀਟਰਸ ਹੈ ਅਤੇ ਕਾਰਬਨ ਸਿੰਗਲ ਬੌਂਡ 154 ਪਿਕੋਮੀਟਰਸ ਹੈ ਅੱਛਾ ਹੁਣ ਥਰਡ ਪੁਆਇੰਟ ਵੀ ਬਸ ਇਹਦੇ ਨਾਲ ਰਿਲੇਟਡ ਹੈ ਇਹਨੇ ਅਲੱਗ ਪੁਆਇੰਟ ਦਿੱਤਾ ਹੋਇਆ ਥਰਡ ਇਜ਼ ਟਾਈਪ ਆਫ ਹਾਈਬ੍ਰਿਡਾਈਜੇਸ਼ਨ ਸੋ ਜਿਸ ਕਿਸਮ ਦੀ ਹਾਈਬ੍ਰਿਡਾਈਜੇਸ਼ਨ ਆਪਾਂ ਦੇਖਿਆ ਕਿ ਉਹਦੇ 'ਚ s ਔਰਬਿਟਲਸ ਦੀ ਪਾਰਟੀਸਪੇਸ਼ਨ ਸਾਰਿਆਂ ਦੇ ਵਿੱਚ ਬੇਸ਼ੱਕ ਪੂਰੇ ਦਾ ਪੂਰਾ s ਔਰਬਿਟਲ ਲੱਗਦਾ ਹੈ ਪਰ ਟੋਟਲ ਨੰਬਰ ਆਫ ਔਰਬਿਟਲਸ sp3 'ਚ 1/4 ਹੀ ਰਹਿ ਜਾਂਦੇ ਆ 25% ਕਰੈਕਟਰ ਹੈ sp2 ਦੇ ਵਿੱਚ ਇੱਕ s ਹੈ 2 p ਹੈ ਤਾਂ 33% s ਕਰੈਕਟਰ ਹੈ sp ਹਾਈਬ੍ਰਿਡਾਈਜੇਸ਼ਨ ਦੇ ਵਿੱਚ ਇੱਕ s ਹੈ ਅਤੇ ਇੱਕ p ਹੈ ਤਾਂ 50% s ਕਰੈਕਟਰ ਹੈ ਸੋ ਬੇਟਾ ਜਿੰਨਾ ਜ਼ਿਆਦਾ s ਕਰੈਕਟਰ ਹੋਊਗਾ ਤਾਂ ਉਨੀ ਉਹਦੀ ਬੌਂਡ ਲੈਂਥ ਹੈ ਜਿਹੜੀ ਉਹ ਘਟੀ ਜਾਣੀ ਹੈ ਠੀਕ ਹੈ ਹੁਣ 50% ਵਾਲੀ ਦੀ ਬੌਂਡ ਲੈਂਥ ਟ੍ਰਿਪਲ ਬੌਂਡ ਦੀ ਘੱਟ ਹੈ ਸੋ ਤਿੰਨੋਂ ਇਹ ਪੁਆਇੰਟਸ ਤੁਸੀਂ ਯਾਦ ਕਰਨੇ ਆ ਸਾਈਜ਼ ਆਫ ਐਟਮਸ ਮਲਟੀਪਲਿਸਿਟੀ ਆਫ ਬੌਂਡ ਐਂਡ ਟਾਈਪ ਆਫ ਹਾਈਬ੍ਰਿਡਾਈਜੇਸ਼ਨ ਓਕੇ ਦੈਨ ਜਨਰਲ ਯੂਜ਼ ਲਈ ਇਹ ਟਰਮਸ ਯੂਜ਼ ਹੁੰਦੀਆਂ ਵੈਸੇ ਇਕੱਲਾ ਕੁਐਸਚਨ ਤਾਂ ਘੱਟ ਆਉਂਦਾ ਇਹਦਾ ਪਰ ਫਿਰ ਵੀ ਬੇਸਿਕ ਫੈਕਟਸ ਤਾਂ ਅਸੀਂ ਇੱਕ ਵਾਰੀ ਥੋੜ੍ਹੇ ਜਿਹੇ ਸਟੱਡੀ ਕਰਨੇ ਆ ਫਿਰ ਅਗਲਾ ਟੇਬਲ ਕਰਨ ਦੀ ਜ਼ਰੂਰਤ ਨਹੀਂ ਹੈ ਦੈਨ ਕਮਸ ਬੌਂਡ ਐਨਰਜੀ ਕੀ ਹੁੰਦੀ ਹੈ ਅਮਾਊਂਟ ਆਫ ਐਨਰਜੀ ਰਿਕੁਆਇਰਡ ਟੂ ਬ੍ਰੇਕ ਅ ਬੌਂਡ in the gaseous state ਇਹ ਕਹਿਣਾ ਜ਼ਰੂਰੀ ਹੈ in the gaseous state is known as
ਬੌਂਡ ਡਿਸੋਸੀਏਸ਼ਨ ਐਨਰਜੀ। ਬੇਟਾ ਇਹ ਬਹੁਤ ਸਾਰੀਆਂ ਚੀਜ਼ਾਂ ਨਾ ਐਲੀਮੈਂਟਰੀ ਲੈਵਲ 'ਤੇ ਹੀ ਦੱਸੀਆਂ ਹੋਈਆਂ, ਜਿਵੇਂ ਕੱਲ੍ਹ ਵਾਲਾ ਸੀਗਾ ਕਿ ਆਪਾਂ SP ਹਾਈਬ੍ਰਿਡਾਈਜੇਸ਼ਨ ਦੇ ਵਿੱਚ ਕਿਹਾ ਸੀ ਨਾ PZ ਹੈ ਜਿਹੜਾ ਉਹ ਸਿਗਮਾ ਬੌਂਡ ਬਣਾਉਂਦਾ। ਸੋ ਇਹ ਬੁੱਕ 'ਚ ਜਿੱਥੇ ਤੁਹਾਡੇ ਟੌਪਿਕ ਜਿਵੇਂ ਦੱਸਿਆ ਹੋਇਆ ਤੁਸੀਂ ਉਵੇਂ ਹੀ ਕਹਿ ਦਿਓਗੇ, PX ਦਿਖਾਇਆ ਹੋਇਆ ਤਾਂ ਉਵੇਂ ਹੀ ਦਿਖਾ ਦਿਓਗੇ, ਹੈ ਨਾ। ਸੋ ਜਦੋਂ ਹਾਇਰ ਲੈਵਲ 'ਤੇ ਜਾਂਦੇ ਹੋ ਥੋੜ੍ਹੇ ਥੋੜ੍ਹੇ ਉਹ ਇੰਪਰੂਵ ਕਰੀ ਜਾਂਦੇ ਆ ਫੈਕਟਸ। ਸੋ ਇਹ ਕੋਈ ਬਹੁਤੀ ਨਹੀਂ ਗੱਲ ਕਿ ਤੁਸੀਂ ਕਹੋ ਬੁੱਕ 'ਚ ਵੀ ਅਸੀਂ ਠੀਕ ਕਰ ਲਈਏ। ਸੋ ਇਸ ਲੈਵਲ 'ਤੇ ਜਿਵੇਂ ਦੱਸਿਆ ਉਵੇਂ ਕਰ ਲੂੰਗੀ। ਸੋ ਹੁਣ ਇੱਥੇ ਵੈਸੇ ਕਹਿਣਾ ਚਾਹੀਦਾ ਅਮਾਊਂਟ ਆਫ ਐਨਰਜੀ ਰਿਕੁਆਇਰਡ ਟੂ ਬ੍ਰੇਕ 1 ਮੋਲ ਆਫ ਬੌਂਡਸ in gaseous state. 1 mole of bonds of a substance in gaseous state is known as dissociation energy. ਹੁਣ ਜਿਵੇਂ ਅਗਲੀ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਈ ਆ ਹਾਈਡਰੋਜਨ ਮੋਲੀਕਿਊਲ ਦੀ ਡਿਸੋਸੀਏਸ਼ਨ ਦੀ, ਤਾਂ ਬੇਟਾ ਥੱਲੇ 1 ਮੋਲ ਲਿਖਿਆ ਹੋਇਆ ਅਤੇ ਜਿਹੜੀ ਐਨਰਜੀ ਆ H ਦੇ ਥੱਲੇ 1 ਮੋਲ ਲਿਖਿਆ ਹੋਇਆ, ਗੈਸੀਅਸ ਸਟੇਟ ਦੇ ਵਿੱਚ ਦਿਖਾਈ ਹੋਈ ਹੈ। ਪਲੱਸ ਕਿ ਪਹਿਲਾਂ ਗੈਸੀਅਸ ਸਟੇਟ, ਵੈਸੇ ਤਾਂ ਹਾਈਡਰੋਜਨ ਹੁੰਦੀ ਹੋਈ ਗੈਸੀਅਸ ਸਟੇਟ ਦਾ ਮੋਸਟਲੀ। ਸੋ ਗੈਸੀਅਸ ਸਟੇਟ ਦੇ ਵਿੱਚ ਜਦੋਂ ਬ੍ਰੇਕ ਕਰਾਂਗੇ, ਕਿਉਂਕਿ ਜੇ ਸੋਲਿਡ ਹੈ ਤਾਂ ਉਹਨੂੰ ਪਹਿਲਾਂ ਮੈਲਟ ਕਰਨ ਨੂੰ ਕੁਛ ਐਨਰਜੀ ਲੱਗਦੀ ਹੈ, ਮੈਲਟ ਕਰਨ ਤੋਂ ਫਿਰ ਵੇਪਰ ਸਟੇਟ ਜਾਣ ਨੂੰ ਲੱਗਦੀ ਹੈ। ਇਸ ਲਈ ਗੈਸੀਅਸ ਸਟੇਟ ਮੈਂਸ਼ਨ ਕੀਤੀ ਹੋਈ ਹੈ ਕਿ ਗੈਸੀਅਸ ਸਟੇਟ ਦੇ ਵਿੱਚ ਜਦੋਂ ਉਹਨੂੰ ਬ੍ਰੇਕ ਕਰਦੇ ਹਾਂ 1 ਮੋਲ ਆਫ ਬੌਂਡਸ, ਤਾਂ ਉਹ ਐਨਰਜੀ ਹੋਊਗੀ ਬੌਂਡ ਡਿਸੋਸੀਏਸ਼ਨ ਐਨਰਜੀ। ਹੁਣ ਹਾਈਡਰੋਜਨ ਦੇ 1 ਮੋਲ ਨੂੰ ਬ੍ਰੇਕ ਕਰਨ ਲਈ ਹਾਈਡਰੋਜਨ ਐਟਮਸ ਦੇ ਵਿੱਚ ਕੀਤਾ ਹੈ ਰਾਈਟ ਹੈਂਡ ਸਾਈਡ 'ਤੇ 433 ਕਿਲੋ ਜੂਲਸ ਪਰ ਮੋਲ ਲੱਗਦੇ ਹੈ, 1 ਮੋਲ ਲਈ ਲੱਗਦੀ ਹੈ ਐਨਰਜੀ 433 ਕਿਲੋ ਜੂਲਸ। ਅੱਛਾ, ਇੱਥੇ ਤਾਂ ਐਨਰਜੀ ਸਾਨੂੰ ਸਪਲਾਈ ਕਰਨੀ ਪੈਂਦੀ ਹੈ, ਪਰ ਉਲਟ ਜੇ ਅਸੀਂ ਐਟਮਸ ਨੂੰ ਜੋੜਨਾ ਹੋਵੇ ਅਤੇ ਉਹਦੇ ਤੋਂ ਅਗਲੀ ਐਗਜ਼ਾਮਪਲ ਦੇ ਵਿੱਚ ਦਿਖਾਇਆ ਹੋਇਆ ਕਿ H2 ਮੋਲੀਕਿਊਲ ਬਣ ਰਿਹਾ, 2 ਹਾਈਡਰੋਜਨ ਐਟਮ ਜੁਆਇਨ ਹੋ ਰਹੇ ਆ, ਸੇਮ ਅਮਾਊਂਟ ਆਫ ਐਨਰਜੀ ਇਜ਼ ਰਿਲੀਜ਼ਡ। ਸੋ ਜਦੋਂ ਤਾਂ ਐਟਮਸ ਤੋਂ ਮੋਲੀਕਿਊਲ ਬਣਦਾ ਤਾਂ ਉਦੋਂ ਐਨਰਜੀ ਰਿਲੀਜ਼ ਹੁੰਦੀ ਹੈ। ਫਿਰ ਉਹੀ ਬੌਂਡ ਜਿਹੜਾ ਬਣਿਆ ਉਹਨੂੰ ਤੋੜਨਾ ਪਵੇ ਤਾਂ ਸੇਮ ਅਮਾਊਂਟ ਆਫ ਐਨਰਜੀ ਇਜ਼ ਟੂ ਬੀ ਸਪਲਾਈਡ ਟੂ ਬ੍ਰੇਕ ਦ ਮੋਲੀਕਿਊਲ। ਸੋ ਉਹ ਹੋ ਗਈ ਉਹਦੀ ਸਟਰੈਂਥ ਦੱਸਦੀ ਹੈ ਬੌਂਡ ਡਿਸੋਸੀਏਸ਼ਨ ਐਨਰਜੀ ਕਿ ਕਿੰਨਾ ਕੁ ਸਟਰੋਂਗ ਬੌਂਡ ਹੈ। ਪਰ ਕਿਉਂਕਿ ਸਿੰਗਲ ਬੌਂਡ ਨੂੰ ਕੱਢ ਕੇ ਤਾਂ ਤੋੜਿਆ ਨਹੀਂ ਜਾ ਸਕਦਾ, ਹੈ ਨਾ। 1 ਮੋਲ ਸਬਸਟੈਂਸ ਦਾ ਹੋਊਗਾ, ਜ਼ਿਆਦਾ ਸਾਰੀ ਅਮਾਊਂਟ ਸਟੱਡੀ ਕਰਦੇ ਹਾਂ, ਫਿਰ ਉਹਨੂੰ ਡਿਵਾਈਡ ਕਰਕੇ ਟੋਟਲ ਵੇਟ ਕਿੰਨਾ ਹੈ ਉਹਦੇ ਮੋਲ 'ਚ ਕਨਵਰਟ ਕਰਕੇ ਪਰ ਮੋਲ ਵੈਲਿਊ ਦੱਸੀ ਹੁੰਦੀ ਹੈ ਨਾ, ਜਿੱਥੇ ਵੀ ਡਿਸਕਰਾਈਬ ਕੀਤੀ ਹੁੰਦੀ ਹੈ, ਐਗਜ਼ਾਮਪਲ ਦਿੱਤੀ ਹੁੰਦੀ ਹੈ, ਪਰ ਮੋਲ ਹੀ ਦਿੱਤੀ ਹੁੰਦੀ ਹੈ। ਫਿਰ ਅੱਗੇ ਨੇ ਫੈਕਟਰਸ ਔਨ ਵਿਚ ਬੌਂਡ ਐਨਰਜੀ ਡਿਪੈਂਡਸ। ਅੱਛਾ, ਹੁਣ ਇਹਦੇ 3 ਚੀਜ਼ਾਂ 'ਤੇ ਫਿਰ ਦਿਖਾਇਆ ਹੋਇਆ ਸਾਈਜ਼ ਆਫ ਬੌਂਡਡ ਐਟਮਸ। ਹੁਣ ਜੇ ਛੋਟੇ ਬੌਂਡ ਹੋਣਗੇ ਤਾਂ ਉਹਦੀ ਓਵਰਲੈਪ ਵੀ ਉਨੀ ਜ਼ਿਆਦਾ ਹੁੰਦੀ ਹੈ ਨਾ। ਛੋਟੇ ਬੌਂਡਸ ਨੇ ਜਿਹੜੇ ਉਹਨਾਂ ਦੀ ਓਵਰਲੈਪ ਜ਼ਿਆਦਾ ਹੁੰਦੀ ਹੈ। ਜਿਹੜੇ ਵੱਡੇ ਐਟਮਸ ਹੋਣਗੇ ਉਹਨਾਂ ਦੇ ਔਰਬਿਟਲਸ ਵੀ, ਜਿਵੇਂ P ਔਰਬਿਟਲਸ ਹੋਏ, D ਔਰਬਿਟਲਸ ਹੋਏ, ਉਹਨੀਆਂ ਲੋਬਸ ਉਹਦੀਆਂ ਲੰਬੀਆਂ ਹੋਈ ਜਾਂਦੀਆਂ, ਸੈਂਟਰ ਤੋਂ ਦੂਰ ਹੋਈ ਜਾਂਦੇ ਹੈ। ਇਵੇਂ ਜਿਵੇਂ ਵੱਡੇ ਹੋਣ ਨਾਲ ਉਹਨਾਂ ਦੀ ਓਵਰਲੈਪ ਘਟੀ ਜਾਂਦੀ ਹੈ। ਸੋ ਸਾਈਜ਼ ਆਫ ਬੌਂਡਡ ਐਟਮਸ ਪਹਿਲਾਂ ਸਾਈਜ਼ 'ਤੇ ਡਿਪੈਂਡ ਕਰਦੀ ਹੈ, ਛੋਟਿਆਂ ਦਾ ਜ਼ਿਆਦਾ ਸਟਰੋਂਗ ਬੌਂਡ ਬਣਦਾ। ਫਿਰ ਹੈਗੀ ਬੌਂਡ ਲੈਂਥ। ਜੇ ਛੋਟੀ ਬੌਂਡ ਲੈਂਥ ਹੋਊਗੀ, ਇਹ ਵੀ ਹੈ ਮਲਟੀਪਲਿਸਿਟੀ ਉੱਪਰ ਵਾਲਾ ਹੀ ਆ ਗਿਆ ਕਿ ਬੌਂਡ ਲੈਂਥ ਜੇ ਮਲਟੀਪਲ ਬੌਂਡਿੰਗ ਹੈ ਤਾਂ ਉਹ ਜ਼ਿਆਦਾ ਸਟਰੋਂਗ ਹੋਊਗੀ। ਟ੍ਰਿਪਲ ਬੌਂਡ ਜ਼ਿਆਦਾ ਸਟਰੋਂਗ ਹੁੰਦਾ, ਉਹਦੋਂ ਵੱਧ ਐਨਰਜੀ ਲੱਗੂਗੀ ਕਿ 3 ਬੌਂਡਸ ਨੇ, 2 ਨੂੰ ਉਸ ਤੋਂ ਘੱਟ ਲੱਗੂ, ਸਿੰਗਲ ਲਾਈਨ ਨੂੰ ਉਸ ਤੋਂ ਵੀ ਘੱਟ ਲੱਗੂ। ਫਿਰ ਆ ਗਿਆ ਨੇਚਰ ਆਫ ਰੈਸਟ ਆਫ ਦਾ ਮੋਲੀਕਿਊਲ। ਇਹਦਾ ਮਤਲਬ ਹੈ ਕਿ OH ਬੌਂਡ ਐਗਜ਼ਾਮਪਲ ਦਿਖਾਈ ਹੋਏ ਨੇ ਕਿ ਜੇ OH ਬੌਂਡ ਬ੍ਰੇਕ ਕਰਨਾ ਹੈ ਤਾਂ ਸਿੱਧਾ ਜਿਹਾ ਇੱਕ ਤਾਂ OH ਬੌਂਡ ਦੀ ਸਟਰੈਂਥ ਫਰਕ ਹੋਊਗੀ ਜੇ ਅਸੀਂ NH ਬੌਂਡ ਜਾਂ ਕੋਈ ਹੋਰ ਬੌਂਡ ਦਿਖਾਉਂਦੇ ਹਾਂ, HH ਬੌਂਡ ਦਿਖਾਉਂਦੇ ਹਾਂ। ਪਹਿਲਾਂ ਤਾਂ ਇਹ ਡਿਪੈਂਡ ਕਰਦਾ ਹੈ ਕਿ ਕਿਹੜਾ ਬੌਂਡ ਹੈ, OH ਬੌਂਡ ਹੈ। ਫਿਰ ਅੱਗੇ ਦੇਖਣਾ ਕਿ ਜੁੜਿਆ ਕਿਹਦੇ ਨਾਲ ਹੋਇਆ, ਫਰਦਰ ਸਟਰਕਚਰ ਮੋਲੀਕਿਊਲ ਦੀ ਕੀ ਹੈ। ਫਿਰ ਜਿਵੇਂ ਵਾਟਰ ਹੈ, ਇੱਕ ਮੀਥੇਨੋਲ ਹੈ, CH3OH ਹੈ, ਇੱਕ HOH ਹੈ। ਜੇ ਉਹਦੇ 'ਚੋਂ ਬ੍ਰੇਕ ਕਰਨਾ ਹੋਵੇ ਤਾਂ ਹੁਣ ਬਾਕੀ ਦੀ ਸਟਰਕਚਰ 'ਤੇ ਵੀ ਡਿਪੈਂਡ ਕਰਦਾ, ਪਰ ਇੰਨਾ ਵੀ ਨਹੀਂ ਕਹਿ ਸਕਦੇ। ਫਿਰ ਅਗਲੀ ਐਗਜ਼ਾਮਪਲ 'ਚ ਦੱਸਿਆ ਹੋਇਆ, ਇਹ ਵੀ ਇੱਕ ਤਾਂ ਵੈਸੇ ਹੋ ਗਿਆ ਫੈਕਟ। ਅਗਲੇ 'ਚ ਹੈ ਕਿ CH4 ਅਸੀਂ ਕਹਿੰਦੇ ਹਾਂ ਮੀਥੇਨ ਮੋਲੀਕਿਊਲਸ, ਕਿ ਚਾਰੇ ਦੇ ਚਾਰੇ ਬੌਂਡ CH ਬੌਂਡਸ ਦੇ ਆਰ ਸੇਮ, ਦੇ ਆਰ ਇਕੁਅਲੀ ਸਟਰੋਂਗ, ਕਿਉਂਕਿ ਹਾਈਬ੍ਰਿਡਾਈਜੇਸ਼ਨ ਉਹਦੀ sp3 ਹੈ ਤਾਂ ਇਕੁਅਲੀ ਸਟਰੋਂਗ ਹੋਣੇ ਚਾਹੀਦੇ ਹੈ। ਪਰ ਜਦੋਂ ਅਸੀਂ ਇਹਨੂੰ ਓਬਜ਼ਰਵ ਕਰਦੇ ਹਾਂ 1 by 1, ਜਦੋਂ ਪਹਿਲਾ ਬੌਂਡ ਬ੍ਰੇਕ ਕਰਦੇ ਹਾਂ ਉਹਦੀ ਐਨਰਜੀ ਹੋਰ ਹੁੰਦੀ ਹੈ, ਕਿਉਂਕਿ ਪਹਿਲਾਂ ਅਸੀਂ CH4 ਨੂੰ ਬ੍ਰੇਕ ਕਰਕੇ ਬਣਾਇਆ ਹੋਇਆ, ਨਿਊਟਰਲ ਮੋਲੀਕਿਊਲ ਸੀਗਾ। ਫਿਰ ਜਦੋਂ ਦੂਜਾ ਬੌਂਡ ਬ੍ਰੇਕ ਕਰਨਾ ਹੈ ਤਾਂ ਉਹ CH3 ਰਹਿ ਗਿਆ, ਹੈ ਨਾ। CH3 ਫ੍ਰੀ ਰੈਡੀਕਲ ਰਹਿ ਗਿਆ। ਸੋ ਉਹਦੇ ਕੋਲ ਤਾਂ ਇਲੈਕਟ੍ਰੋਨਸ ਹੋਰ ਡੈਫੀਸ਼ੀਐਂਟ ਹੋ ਗਏ। ਜਦੋਂ ਅਸੀਂ ਹਾਈਡਰੋਜਨ ਬ੍ਰੇਕ ਕਰਾਂਗੇ ਹੋਰ ਜ਼ਿਆਦਾ ਐਨਰਜੀ ਲਾਉਣੀ ਪਊਗੀ। ਸੋ ਇਸ ਲਈ ਜਦੋਂ ਤੀਜਾ ਬੌਂਡ ਬ੍ਰੇਕ ਕਰਾਂਗੇ ਉਹਦੇ ਲਈ ਡਿਫਰੈਂਟ ਐਨਰਜੀ ਹੋਊਗੀ, ਲਾਸਟ ਵਾਲੇ ਲਈ ਡਿਫਰੈਂਟ ਐਨਰਜੀ ਹੋਊਗੀ। ਸੋ ਸੇਮ ਮੋਲੀਕਿਊਲ 'ਚ ਵੀ CH4 ਦੇ ਮੋਲੀਕਿਊਲ 'ਚ ਐਗਜ਼ਾਮਪਲ ਜਿਵੇਂ CH4 ਦੀ ਅਲੱਗ-ਅਲੱਗ ਐਨਰਜੀ ਹੈ, ਅਲੱਗ-ਅਲੱਗ ਐਨਰਜੀ ਸਪੈਂਡ ਹੋਊਗੀ ਇਹਨਾਂ ਨੂੰ ਬ੍ਰੇਕ ਕਰਨ ਲਈ 1 by 1।
ਸੋ ਇਸ ਕਰਕੇ ਜਿਹੜੀ ਇਹ ਬੌਂਡ એનર્ਜੀ ਦਿੰਦੇ ਆ, ਇਹ ਐਵਰੇਜ ਵੈਲਿਊ ਦਿੰਦੇ ਆ ਕਿ ਚਾਰਾਂ ਲਈ ਟੋਟਲ ਇੰਨੀ એનર્ਜੀ ਸਪੈਂਡ ਹੋਈ, ਪਹਿਲੇ ਲਈ ਘੱਟ ਹੋਈ, ਦੂਜੇ ਲਈ ਹੋਰ ਵੱਧ ਹੋਈ, ਤੀਜੇ ਲਈ ਹੋਰ ਵੱਧ ਲਈ ਹੋਈ, ਚੌਥੇ ਲਈ। ਤਾਂ ਟੋਟਲ એનર્ਜੀ ਐਡ ਕਰਕੇ ਉਹਨੂੰ 4 ਨਾਲ ਡਿਵਾਈਡ ਕਰਕੇ ਐਵਰੇਜ એનર્ਜੀ ਦਿੰਦੇ ਆ। ਸੋ ਜਿਹੜੀਆਂ ਵੈਲਿਊਜ਼ ਦਿਖਾਈਆਂ ਹੁੰਦੀਆਂ ਉਹ ਟਰੂ ਵੈਲਿਊਜ਼ ਨਹੀਂ, ਉਹ ਐਵਰੇਜ ਵੈਲਿਊਜ਼ ਨੇ ਬੌਂਡ એનર્ਜੀ ਦੀਆਂ। ਹੁਣ ਅਗਲਾ ਟੇਬਲ ਫਿਰ ਕਰਨ ਦੀ ਲੋੜ ਨਹੀਂ ਹੈ। ਤਾਂ ਅੱਗੇ ਆ ਗਿਆ ਬੌਂਡ ਐਂਗਲ। ਬੌਂਡ ਐਂਗਲ ਕੀ ਹੁੰਦੇ ਆ ਬੇਟਾ? ਬੌਂਡ ਐਂਗਲ ਹੁੰਦੇ ਆ ਕਿ ਜੇ ਮੋਲੀਕੂਲ 'ਚ ਡਿਫਰੈਂਟ ਬੌਂਡਸ ਨੇ, ਜਿਵੇਂ ਆ ਵਾਟਰ ਦਾ ਹੈ, ਇਹ ਸੈਂਟਰਲ ਐਟਮ ਆਕਸੀਜਨ ਆ, 2 OH ਬੌਂਡਸ ਹੈ। ਸੋ 2 OH ਬੌਂਡਸ ਦੇ ਵਿਚਕਾਰ ਕਿੰਨਾ ਐਂਗਲ ਬਣਦਾ, ਜਿਹੜੇ ਬੌਂਡਸ ਨੇ ਉਹਨਾਂ 'ਚ ਕਿੰਨਾ ਐਂਗਲ ਬਣਦਾ, ਉਹਨੂੰ ਅਸੀਂ ਕਹੀਏ ਬੌਂਡ ਐਂਗਲ। ਤੁਹਾਡੀ ਬੁੱਕ ਜਿਵੇਂ ਲਿਖਿਆ ਹੋਇਆ, ਦ ਐਂਗਲ ਬਿਟਵੀਨ ਦ ਡਾਇਰੈਕਸ਼ਨ ਆਫ ਬੌਂਡਸ, ਇਹੀ ਕਹਿ ਲਓ। The angle between the direction of bonds is known as bond angle within a molecule. So covalent bonds ਨੇ ਜਿਹੜੇ ਆਪਾਂ ਹਾਈਬ੍ਰਿਡਾਈਜੇਸ਼ਨ 'ਚ ਪੜ੍ਹਿਆ, sp, sp2, sp3, they have directional properties. ਉਹਨਾਂ ਦੀ ਡਾਇਰੈਕਸ਼ਨ ਅਲੱਗ-ਅਲੱਗ ਹੈ, ਡਿਪੈਂਡ ਕਰਦਾ ਕਿ ਟੋਟਲ ਨੰਬਰ ਆਫ ਸਿਗਮਾ ਬੌਂਡਸ ਕਿੰਨੇ ਹੈ, ਟੋਟਲ ਨੰਬਰ ਆਫ ਕੋਵੈਲੈਂਟ ਬੌਂਡਸ ਕਿੰਨੇ ਹੈ ਨਾ। ਸੋ ਉਹ ਆਪਾਂ ਦੇਖਿਆ ਕਿ sp 'ਚ ਸਟਰਕਚਰ ਹੋਰ ਹੋਊਗੀ, sp2 'ਚ ਹੋਰ ਹੋਊਗੀ, sp3 ਦੇ ਵਿੱਚ ਟੈਟਰਾਹਾਈਡਰਲ ਹੋਊ, sp2 ਦੇ ਵਿੱਚ ਟਰਾਈਗਨਲ ਹੋ, ਅਤੇ sp ਦੇ ਵਿੱਚ ਲੀਨੀਅਰ ਹੋ। ਪਰ ਆਹ ਜਿਹੜੇ ਤੁਹਾਨੂੰ ਪਿਕਚਰ ਦੇ ਵਿੱਚ 3 ਮੋਲੀਕਿਊਲਸ ਦਿਖਾਏ ਹੋਏ ਨੇ, ਵਾਟਰ ਹੈ, NH3 ਹੈ, CH4 ਹੈ, ਸਾਰੇ ਦੇ ਸਾਰੇ ਮੋਲੀਕਿਊਲ ਦੇ ਵਿੱਚ sp3 ਹਾਈਬ੍ਰਿਡਾਈਜੇਸ਼ਨ ਹੈ ਨਾ। ਉਹ ਫਰਕ ਹੋਣ ਨਾਲ ਤਾਂ ਹੋਣਾ ਹੀ ਹੋਣਾ, ਪਰ ਸੇਮ ਹਾਈਬ੍ਰਿਡਾਈਜੇਸ਼ਨ ਵਾਲਿਆਂ 'ਚ ਵੀ ਥੋੜ੍ਹਾ ਬਹੁਤ ਫਰਕ ਹੋ ਜਾਂਦਾ। ਕਿਉਂ? ਜਦੋਂ ਅਸੀਂ CH4 ਦਾ ਦੇਖੀਏ ਤਾਂ ਕਲੀਅਰ ਪਿਕਚਰ ਹੈ ਕਿ sp3 ਹਾਈਬ੍ਰਿਡਾਈਜੇਸ਼ਨ ਹੈ ਅਤੇ 4 ਬੌਂਡਸ ਬਣ ਰਹੇ ਆ, CH ਬੌਂਡਸ 4 ਹੈ ਟੋਟਲ। ਅਤੇ ਇਹਨਾਂ 'ਚ ਜਿਹੜਾ ਡਿਫਰੈਂਸ ਹੈ, ਕੋਈ HCH ਲੈ ਲਈਏ ਐਂਗਲ, HCH, ਇਹ 109 ਡਿਗਰੀਜ਼ ਐਂਡ 28 ਮਿੰਟਸ ਜਾਂ 109.5 ਵੀ ਇਹਨੂੰ ਕਹਿ ਲੈਂਦੇ ਹਾਂ ਕਿ ਇੰਨੇ ਡਿਗਰੀਜ਼ ਨੇ। ਜਦੋਂ ਅਸੀਂ ਉਹਨੇ ਅਮੋਨੀਆ ਦੇ ਕੇਸ ਦੇ ਵਿੱਚ ਬੇਟਾ ਅਗੇਨ ਨਾਈਟ੍ਰੋਜਨ ਇਜ਼ sp3 ਹਾਈਬ੍ਰਿਡਾਈਜ਼ਡ, ਪਰ ਕਿਉਂਕਿ ਜਿਹੜਾ 4th ਪੇਅਰ ਹੈ ਲੋਨ ਪੇਅਰ ਦੀ ਫਾਰਮ 'ਚ ਪ੍ਰੈਜ਼ੈਂਟ ਹੈ, ਉਹਨੇ ਹਾਈਬ੍ਰਿਡਾਈਜੇਸ਼ਨ ਤਾਂ ਪਾਰਟ ਲਿਆ ਹੋਇਆ, sp3 ਹਾਈਬ੍ਰਿਡਾਈਜੇਸ਼ਨ ਹੋਈ ਹੋਈ ਹੈ ਇਹਦੀ, ਪਰ ਇੱਕ ਔਰਬਿਟਲ ਹੈ ਜਿਹੜਾ sp3 ਹਾਈਬ੍ਰਿਡ ਔਰਬਿਟਲ, ਉਹਦੇ 'ਚ ਅਨਸ਼ੇਅਰਡ ਪੇਅਰ ਆਫ ਇਲੈਕਟ੍ਰੋਨਸ ਪਿਆ, ਜਿਹੜਾ ਨਾਈਟ੍ਰੋਜਨ ਦਾ ਹੀ ਹੈ, ਸਿਰਫ ਕਿਸੇ ਨਾਲ ਹੋਰ ਨਹੀਂ ਸ਼ੇਅਰ ਹੋਇਆ ਹੋਇਆ। ਤਾਂ ਉੱਪਰਲੀ ਸਾਈਡ ਇਲੈਕਟ੍ਰੋਨ ਦਿਖਾਏ ਹੋਏ ਨੇ। ਤਾਂ ਚੌਥੀ ਪੋਜੀਸ਼ਨ 2 ਇਲੈਕਟ੍ਰੋਨਸ ਦੀ ਹੈ। ਜੇ ਅਸੀਂ ਵਾਟਰ 'ਤੇ ਆਉਂਦੇ ਹਾਂ, ਵਾਟਰ ਵਿੱਚ 2 ਲੋਨ ਪੇਅਰਸ ਹੈ। ਸੋ 2 sp3 ਹਾਈਬ੍ਰਿਡ ਔਰਬਿਟਲ ਦੇ ਵਿੱਚ 2 ਲੋਨ ਪੇਅਰ ਆਫ ਇਲੈਕਟ੍ਰੋਨਸ ਹੈ, ਅਤੇ ਦੇਖਣ ਨੂੰ ਸਾਨੂੰ ਲੱਗਦਾ ਹੈ ਕਿ HOH ਮੋਲੀਕਿਊਲ ਹੈ ਜਿਹੜਾ ਇਹ ਲੀਨੀਅਰ ਹੋਣਾ ਚਾਹੀਦਾ, ਪਰ ਕਿਉਂਕਿ sp3 ਹਾਈਬ੍ਰਿਡਾਈਜ਼ਡ ਹੈ। ਅੱਛਾ, ਫਿਰ ਇਹਨਾਂ ਦੇ ਬੌਂਡ ਐਂਗਲਸ ਕਿਉਂ ਫਰਕ ਹੈ? ਬੌਂਡ ਐਂਗਲਸ ਇਸ ਲਈ ਫਰਕ ਹੈ, ਅੱਗੇ ਜਾ ਕੇ ਜਦੋਂ ਆਪਾਂ ਫੈਕਟਰਸ ਕਰਨੇ ਆ ਉਹਦੇ 'ਚ ਚਲੋ ਕਰ ਲੈਂਦੇ ਹਾਂ। ਫੈਕਟਰਸ ਕਿਹੜੇ ਕਿਹੜੇ? ਟਾਈਪ ਆਫ ਔਰਬਿਟਲਸ, ਕਿ ਕਿਹੜੇ ਔਰਬਿਟਲਸ ਤੁਹਾਨੂੰ ਦੱਸਿਆ ਹੀ ਹੈ ਕਿ sp ਜਿਹੜੀ ਲੀਨੀਅਰ ਹੁੰਦੀ ਹੈ, sp2 ਹਾਈਬ੍ਰਿਡਾਈਜੇਸ਼ਨ ਵਾਲੇ ਕੇਸ ਦੇ ਵਿੱਚ 120 ਦਾ ਬੌਂਡ ਐਂਗਲ ਹੋਣਾ ਚਾਹੀਦਾ ਹੈ, ਟਰਾਈਗਨਲ ਹੋਣਾ ਚਾਹੀਦਾ। ਅਤੇ sp3 ਦੇ ਕੇਸ ਦੇ ਵਿੱਚ ਸਟਰਕਚਰ ਹੈ ਜਿਹੜੀ, ਜੇ ਸੈਂਟਰਲ ਐਟਮ ਹੈ ਮੋਲੀਕਿਊਲ ਦਾ sp3 ਹਾਈਬ੍ਰਿਡਾਈਜ਼ਡ ਹੈ ਤਾਂ ਟੈਟਰਾਹਾਈਡਰਲ ਹੋਣਾ ਚਾਹੀਦਾ। ਸੋ ਬੇਸਿਕ ਸਟਰਕਚਰ ਤਾਂ ਜਿਹੜੀ ਉਹਦੀ ਟੋਟਲ ਸਟਰਕਚਰ ਹੈ ਜਾਂ ਸ਼ੇਪ ਹੈ, ਜਿਓਮੈਟਰੀ ਹੈ ਮੋਲੀਕਿਊਲ ਦੀ, ਇਟ ਡਿਪੈਂਡਸ ਔਨ ਟਾਈਪ ਆਫ ਔਰਬਿਟਲਸ ਔਰ ਹਾਈਬ੍ਰਿਡਾਈਜ਼ਡ ਔਰਬਿਟਲਸ, ਟਾਈਪ ਆਫ ਹਾਈਬ੍ਰਿਡਾਈਜੇਸ਼ਨ 'ਤੇ ਡਿਪੈਂਡ ਕਰਦੀ ਹੈ। ਸੈਕਿੰਡ ਜਿਹੜਾ ਫੈਕਟਰ ਹੈ ਦੈਟ ਇਜ਼ presence of lone pairs of electrons. So ਦੱਸਿਆ ਹੋਇਆ ਕਿ ਜਿਹੜਾ ਬੌਂਡ ਪੇਅਰ ਦੀ ਰਿਪਲਸ਼ਨ, ਸਾਰੇ ਬੌਂਡਸ ਇੱਕ ਦੂਜੇ ਨੂੰ ਰਿਪੈਲ ਤਾਂ ਕਰਦੇ ਹੀ ਹੈ, ਕੋਸ਼ਿਸ਼ ਹੈ, ਸਟਰਕਚਰ ਵੀ ਤਾਂ ਹੀ ਬਣਦੀ ਹੈ ਕਿ ਕੋਸ਼ਿਸ਼ ਹੈ ਔਰਬਿਟਲਸ ਦੀ ਕਿ ਮੈਕਸੀਮਮ ਫਾਰ ਅਪਾਰਟ ਹੋਣ, ਇੱਕ ਦੂਜੇ ਤੋਂ ਜਿਹੜਾ ਫਾਸਲਾ ਜ਼ਿਆਦਾ ਤੋਂ ਜ਼ਿਆਦਾ ਹੋਵੇ। ਹੁਣ ਜਦੋਂ sp ਵਾਲੇ ਆ ਤਾਂ 2 ਹੈ ਅਤੇ ਇੱਕ ਦੂਜੇ ਦੇ ਆਪੋਜ਼ਿਟ ਸਿਰੇ 'ਤੇ ਚਲੇ ਜਾਂਦੇ ਆ, ਤਾਂ 180 ਦਾ ਬੌਂਡ ਐਂਗਲ ਹੈ। ਜਦੋਂ 3 ਔਰਬਿਟਲਸ ਨੇ, 3 ਬੌਂਡ ਬਣਨੇ ਆ, ਤਾਂ 3 ਬੌਂਡ ਹੈ ਪੂਰੇ ਸਟਰੈਚ ਕਰਕੇ 120 ਦੇ ਬੌਂਡ ਐਂਗਲ 'ਤੇ ਜਾਂਦੇ ਆ, ਉਦੋਂ ਵੱਧ ਦਾ ਪੋਸੀਬਲ ਨਹੀਂ ਹੈ। ਇਵੇਂ ਜਿਵੇਂ sp3 ਦੇ ਵਿੱਚ ਹੈ ਤਾਂ ਮੈਕਸੀਮਮ ਜਿਹੜਾ ਉਹਦਾ ਬੌਂਡ ਐਂਗਲ ਹੈ 109.5 ਵੀ ਹੋ ਸਕਦਾ ਹੈ ਨਾ। ਸੋ ਜਦੋਂ 4 ਬੌਂਡਸ ਨੇ, ਪਰ ਕਿਉਂਕਿ ਅਮੋਨੀਆ 'ਚ ਆਪਾਂ ਦੇਖ ਰਹੇ ਹਾਂ ਕਿ ਆਪਾਂ ਤਾਂ ਕਹਿੰਦੇ 109.5 ਹੋਣਾ ਚਾਹੀਦਾ, ਪਰ ਇਹਦੇ 'ਚ 107 ਹੈ, ਵਾਟਰ ਦੇ ਕੇਸ ਦੇ ਵਿੱਚ 104.5 ਹੈ। ਇਹਦੇ ਲਈ ਦੇਖੀਏ ਕਿ ਕੀ ਰੀਜ਼ਨ ਹੈ। ਇਹਦੇ ਲਈ ਅਸੀਂ ਕਹਿਣਾ ਕਿ ਜਿਹੜੇ ਬੌਂਡ ਬਣਾਉਂਦੇ ਆ ਉਹ ਸ਼ੇਅਰਡ ਪੇਅਰ ਆਫ ਇਲੈਕਟ੍ਰੋਨਸ ਹੁੰਦੇ ਆ, ਹੈ ਨਾ। ਅਤੇ ਜਿਹੜੇ ਬੌਂਡ ਨਹੀਂ ਬਣਾਉਂਦੇ, ਜਿਵੇਂ ਨਾਈਟ੍ਰੋਜਨ 'ਤੇ ਇੱਕ ਪੇਅਰ ਦਿਖਾਇਆ ਹੋਇਆ, ਉਹ
ਅਨਸ਼ੇਅਰਡ ਪੇਅਰ ਆਫ ਇਲੈਕਟ੍ਰॉन्स ਐਂਡ ਲੋਨ ਪੇਅਰ ਆਫ ਇਲੈਕਟ੍ਰॉन्स ਹੈ। ਵਾਟਰ ਦੇ ਵਿੱਚ 2 ਲੋਨ ਪੇਅਰ ਆਫ ਇਲੈਕਟ੍ਰॉन्स ਹੈ। ਤਾਂ ਆਪਾਂ ਦੇਖ ਰਹੇ ਹਾਂ ਕਿ ਮੀਥੇਨ ਤੋਂ ਜਾਂਦੇ ਆ ਅਮੋਨੀਆ ਦੇ ਵਿੱਚ 107 ਹੋ ਗਿਆ ਬੌਂਡ ਐਂਗਲ 109 ਦੀ ਬਜਾਏ, ਅਤੇ ਵਾਟਰ 'ਚ ਜਾਂਦੇ ਆ 104 ਹੋ ਗਿਆ। ਅੱਛਾ, ਹੁਣ ਇਹਦਾ ਮਤਲਬ ਘਟ ਰਿਹਾ ਬੌਂਡ ਐਂਗਲ। ਤਾਂ ਇਹਦੀ ਰੀਜ਼ਨ ਕੀ ਹੈ ਕਿ ਲੋਨ ਪੇਅਰ ਰਿਪਲਸ਼ਨ ਮੈਕਸੀਮਮ ਹੈ। ਵਾਟਰ ਦੇ ਵਿੱਚ 2 ਲੋਨ ਪੇਅਰਸ ਨੇ, ਇੱਕ ਦੂਜੇ ਨੂੰ ਮੈਕਸੀਮਮ ਰਿਪੈਲ ਕਰਦੇ ਆ, ਤਾਂ ਹਾਈਡਰੋਜਨ ਆਕਸੀਜਨ ਬੌਂਡ ਨੇੜੇ ਆ ਗਏ ਥੋੜ੍ਹੇ ਜਿਹੇ। ਨਾਈਟ੍ਰੋਜਨ ਦੇ ਕੇਸ ਦੇ ਵਿੱਚ ਰਿਪਲਸ਼ਨ 1 ਲੋਨ ਪੇਅਰ ਦੀ ਹੈ, ਥੋੜ੍ਹੀ ਜਿਹੀ ਉਦੋਂ ਘੱਟ ਰਿਪਲਸ਼ਨ ਹੈ, ਬੌਂਡ ਐਂਗਲ ਥੋੜ੍ਹੇ ਘੱਟ ਰਿਪੈਲ ਹੋਏ ਹੈ, ਤਾਂ ਉਹ 107 'ਤੇ ਹੀ ਰੁਕ ਗਏ। ਅਤੇ CH4 ਦੇ ਕੇਸ ਦੇ ਵਿੱਚ ਤਾਂ ਲੋਨ ਪੇਅਰ ਹੈ ਹੀ ਨਹੀਂ ਕੋਈ, ਸੋ ਇਕੁਅਲੀ ਰਿਪੈਲ ਕਰ ਰਹੇ ਆ ਸਾਰੇ ਜਿਹੜੇ ਬੌਂਡ ਪੇਅਰਸ ਨੇ, ਇਕੁਅਲੀ ਰਿਪੈਲ ਕਰ ਰਹੇ ਆ, ਤਾਂ 109.5 ਦਾ ਬੌਂਡ ਐਂਗਲ ਹੈ। ਸੋ ਅਸੀਂ ਇਹਦਾ ਰੀਜ਼ਨ ਦੇਣਾ ਲੋਨ ਪੇਅਰ ਰਿਪਲਸ਼ਨ ਇਜ਼ ਗ੍ਰੇਟਰ ਦੈਨ ਲੋਨ ਪੇਅਰ ਬੌਂਡ ਪੇਅਰ ਰਿਪਲਸ਼ਨ ਵਿਚ ਇਜ਼ ਗ੍ਰੇਟਰ ਦੈਨ ਬੌਂਡ ਪੇਅਰ ਰਿਪਲਸ਼ਨ। ਸੋ ਨੀਚੇ ਵਾਲੀ ਸਟਰਕਚਰ 'ਚ ਮੈਂ ਤੁਹਾਨੂੰ ਸ਼ੋ ਵੀ ਕੀਤਾ ਹੋਇਆ ਕਿ ਅਮੋਨੀਆ ਦਾ ਜਿਹੜਾ ਲੋਨ ਪੇਅਰ ਹੈ ਉਹ 4th sp3 ਹਾਈਬ੍ਰਿਡਾਈਜ਼ਡ ਆਰਬਿਟਲ ਦੇ ਵਿੱਚ ਹੈ। ਦੋਨੋਂ ਕਹਿਣ ਨੂੰ ਟੈਟਰਾਹੈਡਰਲ ਨੇ, ਪਰ ਨਾਈਟ੍ਰੋਜਨ ਦੇ ਉੱਤੇ ਇੱਕ ਪੋਜੀਸ਼ਨ ਵੇਕੈਂਟ ਹੈ। ਵੇਕੈਂਟ ਨਹੀਂ ਮਤਲਬ ਉਹਦੀ ਥਾਂ 'ਤੇ ਇਲੈਕਟ੍ਰॉन्स ਨੇ, ਕੋਈ ਹੋਰ 4th ਐਟਮ ਨਹੀਂ ਹੈ। ਸੋ ਦੈਟ ਇਜ਼ ਦਾ ਰੀਜ਼ਨ ਵਾਈ ਦੇਅਰ ਬੌਂਡ ਐਂਗਲਸ ਆਰ ਡਿਫਰੈਂਟ। ਸੋ ਇਹ ਬੇਟਾ ਕੁਐਸਚਨ ਇੰਪੋਰਟੈਂਟ ਹੁੰਦਾ ਹੈ ਫॉर ਇਨਆਰਗੈਨਿਕ 'ਚ ਜ਼ਿਆਦਾ ਇੰਪੋਰਟੈਂਟ ਹੁੰਦਾ, ਉਹਦੇ 'ਚ ਤੁਸੀਂ ਹੋਰ ਤਰ੍ਹਾਂ ਦੀਆਂ ਹਾਈਬ੍ਰਿਡਾਈਜੇਸ਼ਨ ਵੀ ਸਟੱਡੀ ਕਰੋਗੇ, ਪਰ ਆਰਗੈਨਿਕ ਦੇ ਵਿੱਚ ਬੇਟੇ ਆਪਾਂ ਇੰਨੀਆਂ ਹੀ ਕਰਨੀਆਂ ਨੇ। ਸੋ ਵਿਦ ਦਿਸ I hope you'll revise all these 3